तेरी सब ते वड्डा सतगुर नानक जिन कल राखी मेरी। तू सुल्तान कहाँ होविया तेरी कवन वडाई। जो तू देह सो कहाँ स्वामी मैं मूर्ख कहने न जाई। मैं मूर्ख की केतक बात है कोट पराधी तरियारे। गुर नानक जिन सुनिया पेखिया। गुर नानक जिन सुनिया पेखिया से फिर घर बास ना परियारे। गगन दमामा बाजियो परियो निशाने काओ। खेत जो मांडियो सूरमा अब जूझन को दाओ। तै साहिब की बात जे आखे कहो नानक क्या दीजै। शीस बड़े कर बैसन दीजै विन सिर सेव करीजै। परम सत्कारयोग परम सन्मानयोग चबर छतर तख्त दे मालिक धन धन गुरु ग्रंथ साहिब जी महाराज तिन्हां दी पावन पवित्र हजूरी दे विच ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਗੁਰੂ ਹਰਰਾਏ ਸਾਹਿਬ ਸੰਤ ਵਿਹਾਰ ਵਿੱਚ ਜੁੜ ਬੈਠੇ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਕਲਗੀਆਂ ਵਾਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਿਛਲੇ ਕੁਝ ਦਿਨਾਂ ਤੋਂ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਾਹਕਾਰ ਰਚਨਾ ਜਪਜੀ ਸਾਹਿਬ ਦੀ ਵਿਚਾਰ ਸ਼ੁਰੂ ਕੀਤੀ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਉਹਨਾਂ ਦੀ ਜੋ ਪਹਿਲੀ ਪੌੜੀ ਹੈ ਜਾਂ ਇੰਜ ਕਹਿ ਲਈਏ ਉਸ ਸਮੇਂ ਦੇ ਜਿਹੜੇ 4 ਪ੍ਰਮੁੱਖ ਕਰਮ ਕਾਂਡ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਉਹ ਮੰਨਦੇ ਸਨ। ਹਿੰਦੂ ਧਰਮ ਕਹਿ ਲਓ ਜਾਂ ਸਨਾਤਨੀ ਮਤ ਕਹਿ ਲਓ, ਉਹ ਕਹਿੰਦੇ ਸਨ ਕਿ ਇਹਨਾਂ ਦੇ ਨਾਲ ਅਸੀਂ ਸੱਚਿਆਰ ਬਣ ਜਾਵਾਂਗੇ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਰੱਦ ਕੀਤਾ।
ਰੱਦ ਕੀਤਾ, ਬਿਲਕੁਲ ਸਿਰੇ ਤੋਂ ਨਿਕਾਰਿਆ ਕਿ ਮਹਾਰਾਜ ਕਹਿੰਦੇ ਨਾ ਤੇ ਤੂੰ ਤੀਰਥਾਂ ਤੇ ਬਾਰ-ਬਾਰ ਨਹਾਉਣ ਦੇ ਨਾਲ ਤੂੰ ਸਚਿਆਰ ਹੋਣਾ, ਨਾ ਤੂੰ ਜ਼ਬਾਨ ਬੰਦ ਕਰਕੇ ਜੇ ਤੂੰ ਕਵੇਂ ਮੈਂ ਮੋਨੀ ਬਣ ਜਾਵਾਂ ਤੇ ਨਾ ਤੂੰ ਸਚਿਆਰ ਹੋਣਾ। ਜੇ ਤੂੰ ਕਵੇਂ ਜੇ ਤੈਨੂੰ ਸਾਰੀ ਦੁਨੀਆ ਦੀਆਂ ਪੰਡਾਂ ਬੰਨ੍ਹ ਕੇ ਵਸਤੇ ਪਦਾਰਥ ਤੇਰੇ ਅੱਗੇ ਰੱਖ ਦਿੱਤੇ ਜਾਣ, ਇਹਨਾਂ ਦੇ ਨਾਲ ਵੀ ਤੇਰੀ ਜਿਹੜੀ ਤ੍ਰਿਸ਼ਨਾ ਹੈ ਉਹ ਨਹੀਂ ਮੁੱਕਣੀ। ਜਾਂ ਇਹਦੇ ਅਰਥ ਵਿਦਵਾਨਾਂ ਨੇ ਹੋਰ ਕੀਤੇ, ਭੁੱਖਿਆਂ ਭੁੱਖ ਨਾ ਉਤਰੇ ਦੇ ਅਰਥ ਕੀਤੇ ਕਿ ਜੇਕਰ ਮੈਂ ਭੁੱਖੇ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਕਰਾਂ ਤੇ ਮਹਾਰਾਜ ਕਹਿੰਦੇ ਨਹੀਂ ਗੱਲ ਬਣਨੀ। ਕਿਉਂਕਿ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਛੋੜੇ ਅੰਨ ਕਰੇ ਪਖੰਡ, ਤੇ ਅੱਗੇ ਤੁਸੀਂ ਜਾਣਦੇ ਹੋ, ਮੈਂ ਸ਼ਬਦ ਨਾ ਬੋਲਾਂ, ਨਾ ਸੁਹਾਗਣ ਤੇ ਨਾ ਉਹ ਰੰਡ। ਮਹਾਰਾਜ ਕਹਿੰਦੇ ਭੁੱਖੇ ਰਹਿ ਕੇ, ਮਹਾਰਾਜ ਕਹਿੰਦੇ ਜੇਕਰ ਕੋਈ ਇਹ ਕਵੇ ਕਿ ਮੈਂ ਰੱਬ ਦੀ ਪ੍ਰਾਪਤੀ ਹੋ ਗਈ, ਮਹਾਰਾਜ ਕਹਿੰਦੇ ਨਹੀਂ। ਫਿਰ ਚੌਥੀ ਗੱਲ ਮਹਾਰਾਜ ਨੇ ਕੀਤੀ ਸੀ, ਸਾਹਸ ਸਿਆਣਪਾ, ਤੇਰੀਆਂ ਮਨ ਦੀਆਂ ਸਿਆਣਪਾਂ ਕਿ ਮੈਂ ਬਹੁਤ ਸਿਆਣਾ ਹਾਂ ਦੁਨੀਆ ਦੇ ਵਿੱਚ, ਮੈਂ ਬਹੁਤ ਪੜ੍ਹਿਆ ਲਿਖਾ ਹਾਂ, ਮੇਰੇ ਕੋਲ ਡਿਗਰੀਆਂ ਬਹੁਤ ਹੈ। ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਇੱਥੇ ਤੇ ਆਵਾਜ਼ ਆ ਰਹੀ ਹੈ, ਜੋ ਪ੍ਰਾਣੀ ਗੋਵਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇੱਥੇ ਪੜ੍ਹਾਈ ਦੀ ਗੱਲ ਨਹੀਂ ਹੈਗੀ, ਬਾਹਰਲੀਆਂ ਡਿਗਰੀਆਂ ਦੀ ਗੱਲ ਨਹੀਂ ਹੈਗੀ। ਇੱਥੇ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਪਰਮਾਤਮਾ ਨੂੰ ਜਪਣ ਦੀ ਗੱਲ ਹੈ। ਜੋ ਪ੍ਰਾਣੀ ਗੋਵਿੰਦ ਧਿਆਵੇ, ਉੱਥੇ ਫਿਰ ਪੜ੍ਹਿਆ ਹੋਵੇ ਜਾਂ ਅਨਪੜ੍ਹਿਆ ਹੋਵੇ, ਮਹਾਰਾਜ ਕਹਿੰਦੇ ਸਾਰੇ ਹੀ ਪ੍ਰਵਾਨ ਹੈਗੇ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਅੱਗੇ ਫਿਰ ਮਹਾਰਾਜ ਸਾਨੂੰ ਦੱਸਦੇ ਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਕੀ ਹੈ? ਜੇ ਅਸੀਂ ਹੁਕਮ ਸਮਝ ਲਿਆ ਨਾ ਤੇ ਅਗਲੀ ਪੌੜੀ ਸਾਨੂੰ ਸਮਝਣੀ ਬਹੁਤ ਸੌਖੀ ਹੋ ਜਾਏਗੀ ਵੀ ਉਹ 'ਚ ਕੀ ਆ। ਸਤ ਸੰਗਤ ਜੀ, ਪਰਮਾਤਮਾ ਦਾ ਇੱਕ ਸ਼ਬਦ ਹੈ ਹੁਕਮ ਤੇ ਦੂਸਰਾ ਸ਼ਬਦ ਹੈ ਹੁਕਮੀ। ਹੁਕਮੀ ਦੇ ਸਿੰਪਲ ਅਰਥ ਕਰ ਲਈਏ, ਹੁਕਮੀ ਦੇ ਅਰਥ ਹੈ ਜੀ ਪਰਿਪੂਰਨ ਪਰਮਾਤਮਾ ਜਿਹੜਾ ਹੁਕਮ ਕਰ ਰਿਹਾ ਹੈ। ਹੁਣ ਹੁਕਮ ਕੀ ਹੈ? ਹੁਕਮ ਇੱਕ ਪਰਮਾਤਮਾ ਦਾ ਇੱਕ ਵਿਧਾਨ ਹੈ, ਇੱਕ ਨਿਯਮ ਹੈ। ਉਸ ਨਿਯਮ ਦੇ ਅੰਦਰ ਉਹਨੇ ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ, ਉਹਨੂੰ ਆਪਣੇ ਵਸ ਵਿੱਚ ਕੀਤਾ ਹੋਇਆ। ਔਰ ਇਹ ਵਿਧਾਨ ਜਿਹੜਾ ਉਹਦਾ ਹੈ, ਇਹ ਅੱਜ ਦਾ ਨਹੀਂ ਹੈ, ਇਹ ਕੋਈ 100 ਸਾਲ ਪੁਰਾਣਾ ਨਹੀਂ ਹੈ। ਇਹ ਪਰਿਪੂਰਨ ਪਰਮਾਤਮਾ ਦਾ ਜਿਹੜਾ ਵਿਧਾਨ ਹੈ ਨਾ, ਇਹ ਪਤਾ ਨਹੀਂ ਸਾਨੂੰ ਕਿੰਨੇ ਕੁ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ। ਦੂਸਰੀ ਗੱਲ, ਅਸੀਂ ਕੋਈ ਆਪਣੇ ਘਰ ਦੇ ਵਿੱਚ ਵਿਧਾਨ ਬਣਾਈਏ ਤੇ ਉਹਨੂੰ ਅਸੀਂ ਕਈ ਵਾਰ ਥੋੜ੍ਹੀ ਦੇਰ ਬਾਅਦ ਬਦਲ ਦਿੰਦੇ ਹਾਂ ਵੀ ਚਲੋ ਇੱਦਾਂ ਨਹੀਂ, ਇੱਦਾਂ ਕਰ ਲਓ। ਕੋਈ ਆਪਾਂ ਘਰ ਦੇ ਵਿੱਚ ਇੱਕ ਸਿਸਟਮ ਤਿਆਰ ਕਰੀਏ ਬੱਚਿਆਂ ਦੇ ਨਾਲ ਬੈਠ ਕੇ ਵੀ ਆਪਾਂ ਇੱਦਾਂ ਕਰਿਆ ਕਰਾਂਗੇ। ਕੁਝ ਸਮੇਂ ਦੇ ਬਾਅਦ ਉਹ ਵਿਧਾਨ ਨਾ ਕਈ ਵਾਰੀ ਬਦਲ ਜਾਂਦਾ ਹੈ, ਉਹ ਗੱਲਾਂ ਬਦਲ ਜਾਂਦੀਆਂ। ਲੇਕਿਨ ਪਰਮਾਤਮਾ ਦਾ ਵਿਧਾਨ ਐਸਾ ਹੈ, ਉਹਦਾ ਨਿਯਮ ਐਸਾ ਹੈ ਜਿਹਨੂੰ ਹੁਕਮ ਕਹਿੰਦੇ ਆਪਾਂ, ਉਹ ਪਹਿਲਾਂ ਵੀ ਉਸੇ ਤਰ੍ਹਾਂ ਦਾ ਸੀ, ਹੁਣ ਵੀ ਉਸੇ ਤਰ੍ਹਾਂ ਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੈ। ਉਦਾਹਰਨ ਦੇ ਤੌਰ ਤੇ ਸੂਰਜ ਰੋਜ਼ ਨਿਕਲਦਾ ਹੈ ਔਰ ਕੁਝ ਸਮੇਂ ਦੇ ਬਾਅਦ ਸੂਰਜ ਜਿਹੜਾ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਂਦਾ ਹੈ। ਇਹ ਪਤਾ ਨਹੀਂ ਕਿੰਨੇ ਕੁ ਸਾਲਾਂ ਦਾ ਚੱਲਦਾ ਆ ਰਿਹਾ। ਦਿਨ ਤੇ ਰਾਤ ਉਹਦੇ ਵਿਧਾਨ ਦੇ ਵਿੱਚ ਚੱਲ ਰਹੇ। ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਵੀ ਅੱਜ ਦਿਨ ਨਹੀਂ ਚੜ੍ਹੇਗਾ, ਚਲੋ ਕੋਈ ਗੱਲ ਨਹੀਂ, ਮਰਜ਼ੀ ਰੱਬ ਦੀ, ਕੱਲ੍ਹ ਨੂੰ ਚੜ੍ਹ ਜਾਏਗਾ। ਨਹੀਂ, ਉਹਦਾ ਇੱਕ ਵਿਧਾਨ ਹੈ, ਉਹਦੀ ਇੱਕ ਨਿਯਮਾਵਲੀ ਹੈ। ਮੈਂ ਫਿਰ ਬੇਨਤੀ ਕੀਤੀ, ਸਾਡੇ ਘਰਾਂ ਦੇ ਵਿਧਾਨ, ਸਾਡੇ ਦੇਸ਼ ਦੇ ਵਿਧਾਨ, ਕਾਨੂੰਨ ਬਦਲ ਸਕਦੇ ਆ, ਲੇਕਿਨ ਉਸ ਪਰਮਾਤਮਾ ਦਾ ਵਿਧਾਨ ਜਿਹੜਾ, ਕਾਨੂੰਨ ਜਿਹੜਾ, ਉਹ ਨਹੀਂ ਬਦਲੇਗਾ। ਰੁੱਤਾਂ ਆ ਰਹੀਆਂ ਹਨ ਆਪਣੇ ਸਮੇਂ ਤੇ ਰੁੱਤਾਂ ਜਾ ਰਹੀਆਂ ਹਨ।
एक रुत आ रही है दूसरी आ रही है, ये उहदा एक नियम है। इस तरह महाराज कहते हैं कि जिहड़ा हुक्म है ना, ये हुक्म दे नाल ही परमात्मा ने की किया, सब तो पहला उन्हें ना 5 तत्त इकट्ठे किए, पानी, हवा, अग, आकाश ते मिट्टी। ये उन्हें 5 तत्त इकट्ठे किए। 5 तत्त उन्हें इकट्ठे करके ते उन्हें इन्हां तो सृष्टि बना दी, रचना कर दी उन्होंने। और गुरु ग्रंथ साहब जी भी महाराज कहते हैं 5 तत्त को तन रचियो जानो चतुर सुजान। ये जो सृष्टि है ना, जो असी देख रहे हैं, ये सारी सृष्टि दे विच पानी भी है, हवा भी है, अग भी है, धरती भी है ते आकाश भी है। अगे चलिए, होर मैं दिया एक प्रमाण। साचे ते पवना भया, पवने ते जल होए। साचे ते, साचा मैंने परमात्मा, साचे ते पवना पिया, हवा चो बनी है। पवने ते जल होए, फिर हवा तो जल बनिया। फिर अगली पंक्ति है जल ते त्रिभवन साजिया। इनू थोड़ा जिहा समझो, जल ते देखो 2 चीज़ां बन गई, पवन आ गई तो जल आ गया। हुण महाराज कहते जल तो सब कुछ बनिया, जल तो ही बनी है धरती, जल तो ही बनिया आकाश, ते जल तो ही बनी है अपनी अग। अग किद्दां बनी? असी बाहर बूटा बीजदे, उस बूटे नूं आपां की लगा रहे हैं? पानी दे रहे हैं। वो पानी दे नाल वड्डा हो रहा, जिन्ना वड्डा हो रहा, चाहे कोई भी दरख्त है, उहदे विच अग है, वो सानू दिखाई नहीं दिंदी, लेकिन उहदे अंदर अग है। जदों असी उन्नू एक थोड़ी जी चुवाती लाने हैं तो उहदे अंदरों अग जिहड़ी है वो सानू मिल जाती है। महाराज कहते साचे ते पवना पिया, पवने ते जल होए, जल ते त्रिभवन साजिया, घट घट जोत समोई। ते महाराज एक थां ते होर बचन करते हैं, 5 तत्त कर तुद सृष्ट साजी। तू ये सारी सृष्टि कहते 5 तत्त लैके बनाई है। तो महाराज कहते कोई 6वां तत्त हैगा तो उहदे बारे दसिया जाए। 5 तत्त कर तुद सृष्ट साजी, कोई 6वां करियो जे किछ कीता होवे। जे किछ कीता, कोई 6वां तत्त दसो। कहते जे इस तो अगे कोई होर है। पहला परमात्मा ने 5 तत्त लई ते उन्हां नूं हुक्म दे विच बन के उन्हां नूं ਉਹ ਤੋਂ सृष्टि बनाई। फिर देखो होर देखो, अग ते पानी का वैर है, असी मानते हैं ना अग ते पानी का वैर है, लेकिन देखो महाराज की करामात, उन्हें साडे शरीर में पानी भी रखता तो अग भी रखती। आ जिहड़ी असी रोटी खाने हैं ना, प्रशादा खाने हैं, ये साडे अंदर की अग ही उन्होंने पहुँचाती है। ये साडे अंदर की इनू जिहड़े अंदर की अगन है, इनू कहा गया जठर अगन। वैसे अग दियाँ किस्मां हैगियां मैं, बड़वा अगन है जिहड़ी समुद्रां दे विच असी कई बार देखते हैं अग लग जाती है, पानी विच अग है। अब पिछे जे तुसीं देखिया सी न्यूजीलैंड दे विच गलेशियर फटिया सी, गलेशियर फटन दे नाल जंगलां 'च अग लगी। हुण फटिया ते गलेशियर सीगा, बर्फ फटी सीगी, लेकिन अग कित्थों आ गई? क्योंकि अग पानी विच है। मैं फिर बेनती करां, देखो परमात्मा की खेड, पानी ते अग दा वैर होण दे करके उहने पानी ते अग नूं इकट्ठा रख दिता। साडे शरीर विच पानी भी है ते साडे शरीर विच अग भी है। तुसीं लकड़ां बालदे हो, चलो पुरातन बीबियां नूं पता, जदों लकड़ बालदे सी ना ते लकड़ दे विचों, बालदी लकड़ चों पानी निकलदा सीगा उहदे पिछले पासियों, कि देखिया सीगा। हुण अग भी है ते उहदे विच पानी भी है। इहदा मतलब कि यह परमात्मा का एक हुक्म है कि उन्हें विपरीत सुभाव वाले तत्तां नूं उन्हें एक थां ते इकट्ठा करता, जिन्हां दे सुभाव जिहड़े वख, यही उहदा हुक्म है, ये उहदा विधान है। उस तो बाद अगे चलीए, ये जिहड़ा उहदा हुक्म है ना, ये हुक्म आदृष्ट है। ये हुक्म सानू दिखण वाला नहीं है साध संगत जी,
लेकिन ये जिहड़ा हुक्म वरत रहा है वो असी देख रहे हैं। जिहड़ी साडे आसे पासे हुक्म सानू दिखाई नहीं दिंदा, लेकिन हुक्म दे करके जिहड़ी संसार दे विच क्रिया हो रही है, बदलाव हो रहा, वो असी देख रहे हैं। देखो एक आपां होर उदाहरण लईए। गुरु ग्रंथ साहिब जी महाराज कहते हैं कि बच्चा मां दे गर्भ दे विच उहदे हुक्म ना पिया। असी नहीं देखिया उहदा हुक्म, असी नहीं देखिया बच्चा मां दे गर्भ च पिया, लेकिन असी ये देखिया कि जदों बच्चा मां दे गर्भ दे विच पिया, उस बच्चे दा अंदर ही अंदर विकास होना शुरू हो गया। ये तो असी देखिया ना, हुक्म नूं नहीं देखिया किद्दां पिया की बनिया, ये नहीं असी देखिया, लेकिन ਉਹਦਾ ਜਿਹੜਾ ਵਿਕਾਸ ਹੋ ਰਿਹਾ 9 ਮਹੀਨੇ ਤੱਕ, ਫਿਰ ਬੱਚਾ ਪੂਰਾ ਬਣ ਕੇ ਫਿਰ ਇਸ ਰੂਹੇ ਜ਼ਮੀਨ ਤੇ ਆਉਂਦਾ, ਇਹ ਅਸੀਂ ਦੇਖ ਰਹੇ ਹਾਂ, ਪਰ ਉਹਦਾ ਹੁਕਮ ਨਹੀਂ ਅਸੀਂ ਦੇਖ ਰਹੇ। ਇਸ ਲਈ ਹੁਕਮ ਜਿਹੜਾ ਆਦ੍ਰਿਸ਼ਟ ਹੈ ਉਹਨੂੰ ਅਸੀਂ ਨਹੀਂ ਦੇ ਸਕਦੇ। ਇਹਨੂੰ ਹੀ ਮਹਾਰਾਜ ਕਹਿੰਦੇ ਹੁਕਮੇ ਅੰਦਰ ਨਿੰਮਿਆ ਪਿਆਰੇ। ਨਿੰਮਿਆ ਮਾਂ ਦੇ ਪੇਟ ਦੇ ਵਿੱਚ ਆਟਾ ਗੁੰਨਿਆ ਗਿਆ। ਸਿੰਪਲ ਸਮਝ, ਜਿੱਦਾਂ ਆਪਾਂ ਬਾਹਰ ਆਟਾ ਗੁੰਨਦੇ ਆ ਨਾ, पानी लैके ते आटा लैके उन्होंने आप गुलते हैं, इस तरह महाराज कहते हुक्मे अंदर निम्या प्यारे हुक्मे उधर मझार, उधर मां दे पेट दे विच उहदा टिका हो गया, ये उहदा हुक्म ही है जी। फिर महाराज कहते कि हुक्म दे विच वो निम्या है, हुक्म दे विच ही वो मां दे पेट दे विच गया, ते महाराज कहते हुक्मे अंदर जम्मिया प्यारे, हुक्म दे विच ही उहदा जिहड़ा जन्म हो रहा है, हुक्म दे विच ही वो सृष्टि विच आ रहा, ते हुक्म दे विच ही वो सृष्टि दे विचों जा रहा है। ये उहदा हुक्म, ये है विधान। हुक्म का आखिरी अर्थ फिर दोबारा आपां कर लीए, एक परमात्मा का नियम है, एक परमात्मा का विधान है। देखो एक हुक्म हुंदा साडे बाहर, जिन्हों असी कहने अपने असी भी अपने बच्चों को हुक्म करते हैं भी तू बेटा अज आ काम करना हैगा, ये हुक्म है। लेकिन परमात्मा का हुक्म साडे हुक्म वर्गा नहीं है। इस गल नूं बिल्कुल क्लीयर समझो, क्योंकि परमात्मा अपना हुक्म करके वो तो दूर नहीं है, वो उहदे विच आप वरत रहा है। असी हुक्म करते हैं, जां कोई राजा अपनी प्रजा नूं अपने सिपाहियों नूं हुक्म करदा भी तुसी जा करके ये जंग जित के आओ, उत्थे जाके युद्ध करो, लेकिन आप राजा अपने महलों में बैठा होया, वो अपने सिंघासन से बैठा हुक्म कर रहा, लेकिन परिपूर्ण परमात्मा का हुक्म ऐसा है, वो हुक्म करके हुक्म तो परे नहीं है, सगों हुक्म दे विच वो आप वरत रहा है। दूसरी बेनती, हुक्म साडी सृष्टि विच वरतन वाला एक गुज्जा भेद है। फिर दोबारा मैं इस गल रिपीट करा, हुक्म साडी सृष्टि विच वरतन वाला एक गुज्जा भेद है। उस भेद दे बारे इंसानां नूं कुछ नहीं पता। ठीक है जी। जदों भी कोई विग्यानी नवीं खोज करदा, वो कहता मैं खोज की है, दरअसल उन्हें खोज नहीं की, उन्हें वो जिहड़ा परमात्मा का गुज्जा भेद जिहड़ा सृष्टि विच पहला ही मौजूद सीगा, उन्होंने उन्हें खिंच के ते लोकां दे सामने लैके आंदा, उन्होंने खोज के लोकां दे सामने लैके आंदा। दरअसल वो कह रहा मैं खोज की, मैं नवीं चीज़ लैके आया, नवीं कुछ नहीं है, जो कुछ पाया सो आ गल का ख्याल करियो। परमात्मा बड़ा बेअंत है, जो कुछ पाया सो एका वार, उन्हें इस सारी सृष्टि विच जो कुछ रखना सी उन्हें रख दिता। ते मैं कई बार इनू कहना हुन्ना, वो वेला थोड़ी आ बार बार काम करन लो, वो इन्ना वेला नहीं हैगा भी वो हर रोज कोई नवा काम करे। जो कुछ पाया सो एक वार, उन्हें एक वार ही सारा कुछ कर दिता। विज्ञानी कह रहा कि मैं नवीं खोज की है, दरअसल वो नवीं खोज नहीं है, वो परमात्मा का ही गुज्जा भेद है, जिहड़ा उहदे हुक्म दे विच सीगा, उन्हें सिर्फ उस गुज्जे भेद नूं उजागर किया है। आ गल है वो वरत रहा पहला तो। अगे चलीए,
ਉਸ ਦਾ ਹੁਕਮ ਦੇ ਬਾਰੇ ਜੇਕਰ ਕੋਈ ਕਵੇ ਕਿ ਮੈਂ ਜਾਣ ਲਵਾਂ ਜਾਂ ਉਹਦਾ ਮੈਂ ਅੰਤ ਪਾ ਲਵਾਂ, ਤੇ ਮਹਾਰਾਜ ਉਹਦਾ ਅੰਤ ਨਹੀਂ ਪਾ ਸਕਦਾ। ਉਹਦੇ ਹੁਕਮ ਦੇ ਬਾਰੇ ਜੇਕਰ ਕੋਈ ਮੈਂ ਜਾਣ ਲਵਾਂ ਜਾਂ ਮੈਂ ਉਹਦਾ ਅੰਤ ਪਾ ਲਵਾਂ, ਤੇ ਮਹਾਰਾਜ ਕਹਿੰਦੇ ਉਹਦਾ ਤੂੰ ਹੁਕਮ ਨਹੀਂ ਕਹਿੰਦੇ ਪਾ ਉਹਦਾ ਅੰਤ ਨਹੀਂ ਕਹਿੰਦੇ ਪਾ ਸਕਦਾ। ਮਹਾਰਾਜ ਦਾ ਬਚਨ ਹੈ, ਤੇਰਾ ਹੁਕਮ ਨਾ ਜਾਪੀ ਕੇਤੜਾ। ਕੇਤੜਾ ਮੈਨੇ ਕਿੱਡਾ ਵੱਡਾ। ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਅਪਾਰਾ। हे ਪਰਿਪੂਰਨ ਪਰਮਾਤਮਾ, ਤੇਰਾ ਹੁਕਮ ਹੀ ਹੈ ਕਹਿੰਦੇ ਕਿੱਡਾ ਵੱਡਾ ਹੈ, ਇਹਦਾ ਕੋਈ ਕਹਿੰਦੇ ਅੰਤ ਨਹੀਂ ਪਾ ਸਕਦਾ। ਇੱਕ ਨਾ ਨੋ ਤੂੰ ਮੇਲ ਲਹੇ। ਕਈਆਂ ਤੂੰ ਕੀ ਕਰਦਾ, ਉਹਨਾਂ ਨੂੰ ਤੂੰ ਆਪਣੇ ਨਾਲ ਮੇਲ ਲੈਣਾ। ਫਾਰ ਐਗਜ਼ਾਮਪਲ, ਮੇਰੇ ਖਿਆਲ ਦੇ ਵਿੱਚ ਸੰਤ ਵਿਹਾਰ ਦੇ ਵਿੱਚ ਜ਼ਿਆਦਾ ਨਹੀਂ ਤੇ 200-250 ਵੋਟਾਂ ਤੇ ਹੋਣਗੀਆਂ, ਜੇ ਘੱਟੋ ਘੱਟ ਅੰਦਾਜ਼ਾ ਲਾ ਕੇ ਚੱਲੀਏ। ਇਹ ਉਹਦਾ ਹੁਕਮ ਹੀ ਹੈ ਵੀ ਉਹਨੇ ਕਿਹਨੂੰ ਸਵੇਰੇ ਉਠਾਲ ਕੇ ਤੇ ਗੁਰਦੁਆਰੇ ਇੱਕ ਨਾ ਨੋ ਤੋਂ ਮੇਲ ਲੈ। ਤੇ ਇੱਕ ਜਿਹੜੇ ਹੈਗੇ ਆ ਉਹ ਵਿਚਾਰੇ ਸਾਰੀ ਉਮਰ ਹੀ ਖੁਆਰੀ ਦੇ ਵਿੱਚ ਜਿਹੜੇ ਆ ਉਹ ਪਏ ਹੋਏ ਆ। ਮਹਾਰਾਜ ਫਰਮਾਉਂਦੇ, ਇੱਕ ਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ। ਉਹਨਾਂ ਨੂੰ ਗੁਰੂ ਸ਼ਬਦ ਦੀ ਵਿਚਾਰ ਕਰਨ ਵਾਸਤੇ ਤੂੰ ਇੱਥੇ ਭੇਜਦਾ ਹੈ। ਅੱਗੇ ਇੱਕ ਹੋਰ ਪ੍ਰਮਾਣ ਮਹਾਰਾਜ ਕਹਿੰਦੇ, ਤੇਰਾ ਹੁਕਮ ਨਾ ਜਾਪੀ ਕੇਤੜਾ। ਤੇਰਾ ਹੁਕਮ ਕਹਿੰਦੇ ਕੋਈ ਨਹੀਂ ਜਾਣ ਸਕਦਾ। ਦੂਸਰਾ ਪ੍ਰਮਾਣ ਮਹਾਰਾਜ ਕਹਿੰਦੇ, ਲਿਖ ਨਾ ਜਾਣੇ ਕੋਏ। ਜੇਕਰ ਕੋਈ ਇਹ ਕਵੇ ਕਿ ਤੇਰਾ ਹੁਕਮ ਅਸੀਂ ਲਿਖ ਕੇ ਉਹਨੂੰ ਐਕਸਪਲੇਨ ਕਰ ਦਈਏ, ਜਿੱਦਾਂ ਰਾਜੇ ਦਾ ਹੁਕਮ, ਜਾਂ ਆਪਾਂ ਗੁਰਦੁਆਰੇ ਦੀ ਗੱਲ ਕਰ ਲਈਏ, ਇੱਥੇ ਕਮੇਟੀਆਂ ਦੇ ਮਤੇ ਪਏ ਜਾਂਦੇ ਆ, ਉਹ ਵੀ ਇੱਕ ਹੁਕਮ ਹੀ ਹੈ ਵੀ ਅਸੀਂ ਇਹ ਕੰਮ ਕਰਨਾ ਹੈ, ਮਤਾ ਲਿਖ ਕੇ ਪਾਇਦਾ। ਲੇਕਿਨ ਕਹਿੰਦੇ ਤੇਰਾ ਹੁਕਮ ਇਤਨਾ ਅਪਾਰ ਹੈ, ਲਿਖ ਨਾ ਜਾਣੇ ਕੋਈ। ਉਹਨੂੰ ਕੋਈ ਕਹਿੰਦੇ ਲਿਖ ਕੇ ਉਹਨੂੰ ਕਹਿੰਦੇ ਐਕਸਪਲੇਨ ਕਹਿੰਦੇ ਨਹੀਂ ਕਰ ਸਕਦਾ। ਜੇ 100 ਮੈਨੇ 100 ਸ਼ਾਇਰ ਮੈਨੇ ਕਵੀ, ਕਹਿੰਦੇ ਜੇ 100 ਕਵੀ ਵੀ ਇਕੱਠੇ ਹੋ ਜਾਣ, ਉਹ ਇਕੱਠੇ ਹੋ ਕੇ ਕਹਿਣ ਅਸੀਂ ਸਾਰੇ ਇੱਕ ਮਤ ਹੁੰਨੇ ਆ, ਸਾਡਾ ਦਿਮਾਗ ਅਸੀਂ ਇੱਕ ਰੱਖਦੇ ਆ, ਤੇ ਇੱਕ ਰੱਖ ਕੇ ਅਸੀਂ ਜਾਨੀ ਕਿ ਉਹਦਾ ਹੁਕਮ ਲਿਖਦੇ ਆ, ਤੇ ਮਹਾਰਾਜ ਕਹਿੰਦੇ ਉਹ ਤੇਰੀ ਹੁਕਮ ਦੀ ਕੀਮਤ ਇੱਕ ਤਿਲ ਜਿੰਨੀ ਵੀ ਕਹਿੰਦੇ ਨਹੀਂ ਲਿਖ ਸਕਦੇ। ਕਹਿੰਦੇ ਜੇ ਕੋਈ 100 ਕਵੀ ਇਕੱਠੇ ਹੋਣ, ਇਕੱਠੇ ਹੋ ਕੇ ਇਹ ਕਹਿਣ ਕਿ ਅਸੀਂ ਤੇਰਾ ਹੁਕਮ ਲਿਖਦੇ ਆਂ, ਤੇ ਮਹਾਰਾਜ ਕਹਿੰਦੇ ਤਿਲ ਨਾ ਪੁਜਾਵੇ। ਤਿਲ ਵੀ ਤੇਰਾ ਜਿਹੜਾ ਨਾ ਉਹਦੇ ਤੱਕ ਨਹੀਂ ਕਹਿੰਦੇ ਪਹੁੰਚ ਸਕਦੇ। ਤੇ ਰੋਏ ਦਾ ਅਖਰੀ ਅਰਥ ਹੈ ਆਖਰ ਵਿੱਚ ਉਹ ਖੁਆਰ ਹੀ ਹੋਣਗੇ, ਉਹ ਰੋਣਗੇ ਹੀ, ਉਹਨਾਂ ਨੂੰ ਪ੍ਰਾਪਤੀ ਨਹੀਂ ਹੋਵੇਗੀ। ਮਹਾਰਾਜ ਫਰਮਾਉਂਦੇ, ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੇ ਕੋਏ। ਜੇ 100 ਸ਼ਾਇਰ ਮੇਲੀ ਹੈ, 100 ਸ਼ਾਇਰ 100 ਕਵੀ ਇਕੱਠੇ ਹੋ ਜਾਣ, ਤਿਲ ਨਾ ਪੁਜਾਵੇ ਕੋਏ। ਮਹਾਰਾਜ ਕਹਿੰਦੇ ਉਹ ਤੇਰੀ ਕਹਿੰਦੇ ਜਿਹੜੀ ਕੀਮਤ ਹੈ ਉਹ ਨਹੀਂ ਕਹਿੰਦੇ ਪਾ ਸਕਦੇ। ਮਹਾਰਾਜ ਅੱਗੇ ਫਰਮਾਉਂਦੇ, ਕਹਿੰਦੇ ਹੁਕਮ ਤਾਂ ਹੈ ਪਰਮਾਤਮਾ ਦਾ, ਲੇਕਿਨ ਉਹ ਹੁਕਮ ਲਿਖ ਰਿਹਾ ਹੈ, ਕਲਮ ਉਹਦੇ ਹੱਥ ਵਿੱਚ ਹੈ, ਲੇਕਿਨ ਉਹ ਕੀ ਦੇਖ ਕੇ ਲਿਖ ਰਿਹਾ? ਉਹ ਸਿੱਖ ਦੇ ਕਰਮ ਦੇਖ ਕੇ ਲਿਖ ਰਿਹਾ ਹੈ। ਇਹਦਾ ਮਤਲਬ ਹੁਕਮ ਦੇ ਨਾਲ ਕਰਮ ਵੀ ਨਾਲ ਚੱਲ ਰਹੇ ਆ। ਅਸੀਂ ਆਮ ਤੌਰ ਤੇ ਕਹਿੰਦੇ ਆ ਕਿ ਮੇਰੇ ਨਾਲ ਪਰਮਾਤਮਾ ਨੇ ਮਾੜੀ ਕੀਤੀ। ਨਹੀਂ ਸਾਧ ਸੰਗਤ ਜੀ, ਉਹਨੂੰ ਕਿਸੇ ਦੇ ਨਾਲ ਕੋਈ ਵੈਰ ਨਹੀਂ ਆ। ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਉਹ ਨਿਰਵੈਰ ਹੈ, ਉਹਨੂੰ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਫਿਰ ਮਹਾਰਾਜ ਇੱਥੇ ਫਰਮਾਉਂਦੇ, ਕਹਿੰਦੇ ਉਹਦਾ ਜਿਹੜਾ ਹੁਕਮ ਹੈ ਨਾ ਪਰਮਾਤਮਾ ਦਾ, ਉਹ ਚੱਲ ਰਿਹਾ, ਲੇਕਿਨ ਚੱਲ ਤਾਂ ਰਿਹਾ ਕਿ ਉਹ ਤੇਰੇ ਕਰਮਾਂ ਨੂੰ ਦੇਖ ਕੇ ਜਿਹੜਾ ਹੁਕਮ ਹੈ ਉਹ ਕਰ ਰਿਹਾ। ਅਸੀਂ ਬਚਨ ਵੀ ਪੜ੍ਹਦੇ ਹਾਂ, ਫਿਰ ਜਦੋਂ ਕੋਈ ਅਸੀਂ ਇੱਦਾਂ ਦੀ ਘਟਨਾ ਹੋ ਜਾਂਦੀ ਹੈ, ਅਸੀਂ ਰੱਬ ਨੂੰ ਦੋਸ਼ੀ ਦਿੰਦੇ ਹਾਂ, ਤੇ ਮਹਾਰਾਜ ਕਹਿੰਦੇ ਦੱਦੇ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ,
दोष न दीजे अवर्जना। तू कहते दुनिया नूं क्यों कहते रब नूं लोकां नूं कहते दोष दे रहा भी उन्हें मेरा नुकसान करता? नहीं, तेरा नुकसान किसी ने नहीं किया। ये सारा जो कुछ भी तेनू मिल रहा तेरे कर्मां करके। जिहा बीजे, हुण तुसी बीजी हुई है कणक ते तुसी कहो भी झोना आ जाए तो ये किद्दां आवेगा? भी कणक बीजोगे तो कणक ही आवेगी, झोना बीजोगे तो झोना ही आवेगा। जिहा बीजे सो लुने कर्मा संदड़ा खेत, कर्मा संदड़ा खेत। महाराज कहते उहदा हुक्म की है? उहदा हुक्म एक विधान है कहते। फिर महाराज फरमाते एक पंक्ति कह के आपां अगे चलीए, ਜਿਹੜੇ ਉਹਦੇ ਹੁਕਮ ਦੇ ਵਿੱਚ ਚੱਲਦੇ ਹਨ ਉਹਨਾਂ ਨੂੰ ਪਰਮਾਤਮਾ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਹੈ। ਜਿਹੜੇ ਉਹਦੇ ਹੁਕਮ ਦੀ ਅਦੂਲੀ ਕਰਦੇ ਹਨ, ਹੁਕਮ ਨੂੰ ਨਹੀਂ ਮੰਨਦੇ, ਹੁਕਮ ਤੋਂ ਬਾਹਰ ਜਾਂਦੇ ਹਨ, ਉਹਨਾਂ ਨੂੰ ਫਿਰ ਆਪਣੀ ਦਰਗਾਹ ਤੋਂ ਉਹ ਬਾਹਰ ਕੱਢ ਦਿੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ। हुक्म रजाई जो चले सो पवे खजाने। आओ जी अज का जी अपनी विचार है, जोड़ा अज का अपना पौड़ी है वो सारी हुक्म की पौड़ी है। इसलिए मैं हुक्म शब्द से थोड़ा जिहा आप रुकी हाँ कि हुक्म के बारे सानू लग जाए पता कि हुक्म की है। कल तक आपां सीगी किव सचियारा हुई है, किव कूड़े टुटे पाल। ये हुक्म दे विच जिहड़ा रवेगा उही इस झूठ की दीवार नूं तोड़ सकेगा, नहीं तो ये झूठ की दीवार नहीं टुटनी। ये दरअसल दीवार जिहड़ी झूठ है ये विद्वानां ने अर्थ कीती हौमे की दीवार। धन पिरका एक ही संगवासा विच हौमे भीत करारी, हौमे भीत करारी। ते महाराज कहते हैं जिन्नी देर तक अंदर हौमे है ना। अच्छा अगे जाके फिर महाराज की कहते हैं, हुक्म नूं ही महाराज कहते हैं नाम है। तुसीं एक बचन पढ़ते हो, सत संगत कैसी जानी है जिथे एको नाम वखानी है। ठीक है, इस तक हो गया। अगली पंक्ति की है, एको नाम हुक्म है। एको नाम इहदा मतलब कि हुक्म ते नाम एक है। तुहानूं हुण क्लीयर होना चाहिए कि हुक्म ते नाम एक है। एको नाम हुक्म है, नानक सतगुर दिया बुझाए जियो। हुक्म ही उहदा नाम है। अगे चलिए आपां हुक्म शब्द कल आपां थोड़ी जी विचार की सी। ये शब्द है जी अरबी भाषा का। फारसी विच हुक्म नूं कहा गया फुरमान, और फुरमान शब्द भी गुरु ग्रंथ साहब च आया, फुरमान तेरा सिरे ऊपर फिरना करत विचार। ते पंजाबी दे विच हुक्म नूं कहा गया आग्या। आग्या शब्द, आग्या शब्द, फुरमान शब्द, हुक्म शब्द, आदेश शब्द। आदेश शब्द है हिंदी का शब्द। असीं अगे पढ़ांगे आदेश, माफ करना आदेश नहीं अंदेश। अंदेश ऐड़े ते टिप्पी पा के हिंदी विच शब्द है अंदेश। पंजाबी का शब्द है आग्या। प्रभ की आग्या आत्म हितावे जीवन मुक्त सो कहावे। फारसी का अरबी का शब्द है फुरमान। फुरमान तेरा सिरे ऊपर फिरना करत विचार। ते हुक्म शब्द जिहड़ा हैगा ये महाराज ने पहला शब्द जिहड़ा महाराज ने अरबी भाषा का जिहड़ा है वो महाराज ने वरतिया। गुरु ग्रंथ साहब पहला शब्द अरबी भाषा का हुक्म जिहड़ा गुरु ग्रंथ साहब च आ रहा। महाराज अगे फरमाते हैं, हुक्मी होवन आकार नहीं, आकार कहना। ऐड़े दे पिछे कन्ना लगा, ऐड़े नूं लमका के बोलो। हुक्मी होवन आकार हुक्म ना कहया जाई। हुक्मी होवन जिया। जिया जी दे पिछे ऐड़ा लगा, थोड़ी जी आवाज देनी है लमका के। इत्थे जी का मतलब आ रहा जीव जंतु। हुक्मी होवन जिया
हुक्म मिलै वडियाई, हुक्मी उत्तम नीच, हुक्म लिख दुख सुख पाईयह, पाईयह अह ऐड़ा ते हाहा पाई एह। इदा बोलना, जे तुसी पाईए कह दोगे तो फिर तुसी हाहा खत्म करता तो ऐड़े नूं तुसी दो लावां लातियां, जबकि दो लावां नहीं होती। हुक्मी उत्तम नीच, हुक्म लिख दुख सुख पाईयह, एक ना हुक्मी बख्शीस, बख्शीस एक हुक्मी सदा भवाई है, हुक्मै अंदर सब को, बाहर हुक्म न कोई, नानक हुक्मै जे बुझै, ता हौमै कहे न कोई। बस आ गल का ख्याल करना, जिथे कन्ना लगा उत्थे आपां आवाज़ देनी है। इत्थे ता तत्ते दे बाद ता नहीं कहना, ता ते फिर उपर बिंदी भी लग गई तो लग गया कन्ना भी। महाराज ने इत्थे तत्ता जिहड़ा वो रखिया मुक्ता, ता हौमै कहे ना कोई। अर्थ वैसे ये हो चुके हैं, आपां इहदे अखरी अर्थ कर दईए, सारी गल हो गई। पहला हुक्मी होवन आकार, आ जिहड़ी सारी सृष्टि बनी है ये उस परमात्मा के हुक्म दे विच बनी है। हुक्म ना कहिया जाई, ये भी गल हो चुकी है कि उहदे हुक्म नूं कोई एक्सप्लेन नहीं कर सकता। ये आपां गल कर चुके हैं। हुक्म ना जापी केतड़ा, लिख ना जाने कोई, जे सौ शायर मेलिए तिल ना पुजावे रोए। महाराज कहते हुक्मी होवन जीया, हुक्म तो ही ये जिंद जाना रब ने बनाइया। हुक्म मिलै वडियाई, मिलै लल्ले नूं दो लावां लगियां, मिले नहीं कहना मिलै कहना, मिलै वडियाई। जे किसी नूं वडियाई मिलती है तो साध संगत जी उहदे अपने करके नहीं, उहदे ते परमात्मा की बख्शिश ही है। हुक्मी उत्तम नीच, हुक्म दे नाल ही कोई इस संसार उसकी संसार उहदा सत्कार करता, उहनूं उत्तम मनता है। तो जदों वो माड़े कर्म करता है, हुण तुसीं कहोगे भी ये भी उहदे हुक्म च है, बिल्कुल है जी। असंख चोर हराम अगे आवेगा, अगे आवेगा असंख चोर हराम खोर। तीन पौड़ियां आउणगियां, तीन पौड़ियां चों दो पौड़ियां एक दूजे दे उल्ट है, लेकिन इन्हां दियां आखिरी पंक्तियां देखोगी, जो दुध भावे साई भली, जो दुध भावे साई भली, ये उहदे पाने च ये सारा कुछ ही। महाराज फरमाउंदे हुक्मी उत्तम नीच, हुक्म लिख दुख सुख पाई है। हो गया, हुक्म दे विच ही उन्नू दुख मिलने हैं, हुक्म दे विच ही वो सुखां दी उन्नू प्राप्ति होनी है। एक ना हुक्मी बख्शीस, कईयां नू परमात्मा दी ऐसी बख्शिश है कि वो उहदे नाल जुड़े हैं। एक हुक्मी सदा भवाई है, तो एक महाराज जी ऐसे है जिन्होंने पता ही नहीं, जिहड़े गुरुद्वारे के सामने हो तां की वो गुरुद्वारे के कभी पिछों भी नहीं लंघदे। भवाई है वो सारी उम्र जन्म ते मरण के गेड़ दे विच पै रहिंदे आ, उन्होंने कुछ नहीं हैगा। ये महाराज दा फिर महाराज कहते हुक्मे अंदर सब को, बाहर हुक्म ना कोई। सारा कुछ जेड़ा भी वरतारा वरत रहा ये उहदे हुक्म दे विच वरत रहा, उहदे हुक्म तो बाहर कुछ भी नहीं हैगा। महाराज कहते फिर अगे महाराज कहते नानक हुक्मै जे बुझै, तां हौमै कहे ना। ये हौमे बुझे, हुक्मे बुझे ते हौमे, ये हौमे केड़ी है? ये वो हौमे है जिन्हों महाराज कहते कि कूड़े टुटे। जेकर कोई उहदे हुक्म नूं बुझ जावेगा ते हुक्म रजाई जो चले सो पवे खजाने। आपां हुणे बोल के गए हैं, बस आह चीज़ है। इहदा मतलब महाराज कहते हुक्म की है, हुक्म उहदा नाम है। ते गुरु ग्रंथ साहब जी कहते हैं हुक्मे नावे नाल विरोध है, दोए ना वसे एक ठाए। हुक्म ते ए नाम
ਤੇ ਹਉਮੈ, ਇਹਨਾਂ ਦੋਨਾਂ ਦਾ ਆਪਸ ਵਿੱਚ ਵੈਰ ਹੈ। ਸਾਧ ਸੰਗਤ ਜੀ, ਦੋਨੋਂ ਇੱਕ ਥਾਂ ਤੇ ਨਹੀਂ ਆ ਸਕਦੇ। ਜਿਸ ਇਨਸਾਨ ਦੇ ਅੰਦਰ ਹਉਮੈ ਹੋਵੇਗੀ, ਮੈਂ ਹੋਵੇਗੀ, ਉਹਦੇ ਅੰਦਰ ਨਾਮ ਦਾ ਵਾਸਾ ਨਹੀਂ ਆ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਕਿਉਂਕਿ ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ। ਇਹ ਬੜਾ ਵੱਡਾ ਕਹਿੰਦੇ ਰੋਗ ਹੈ ਹਉਮੈ ਦਾ। ਚਲੋ ਅਗਲੀ ਪੌੜੀ ਆਪਾਂ ਲਈਏ ਨਾਲ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਨਿਸ਼ਾਨ ਨਹੀਂ ਕਹਿਣਾ, ਨਿਸ਼ਾਨ ਕਹਿਣਾ। ਬਿੰਦੀਆਂ ਨਾ ਲਓ ਆਪਣੇ ਕੋਲੋਂ। ਜਿਸ ਤਰ੍ਹਾਂ ਮਹਾਰਾਜ ਨੇ ਲਿਖਿਆ ਉਦਾਂ ਹੀ ਆਪਾਂ ਹਾਂ ਕਈ ਥਾਵਾਂ ਤੇ ਸਾਨੂੰ ਲਗਾਉਣੀਆਂ ਪੈਂਦੀਆਂ। ਜਿਵੇਂ ਇੱਕ ਤਾਂ ਮੈਂ ਬਾਬਾ ਫਰੀਦ ਜੀ ਦਾ ਸ਼ਲੋਕ ਦਿਆਂ, ਉਹ ਸ਼ਲੋਕ ਹੈ ਜੇ ਮੈਂ ਉਦਾਂ ਪੜ੍ਹਾਂ ਤੇ ਸ਼ਲੋਕ ਤੁਸੀਂ ਕਹਿਣਾ ਇਹ ਕੀ ਹੈ। ਉਹ ਸ਼ਲੋਕ ਹੈ ਕੰਨ ਮੁਸਲਾ, ਲੇਕਿਨ ਉੱਥੇ ਮੁਸਲਾ ਨਹੀਂ ਪੜ੍ਹਨਾ, ਅਤੇ ਉੱਥੇ ਮੁਸੱਲਾ ਪੜ੍ਹਨਾ। ਕੰਨ ਮੁਸੱਲਾ ਸੂਫ ਗੱਲ। ਮੁਸੱਲਾ ਕੀ ਹੁੰਦਾ? ਮੁਸੱਲਾ ਇਸਲਾਮ ਧਰਮ ਦੇ ਵਿੱਚ ਜਦੋਂ ਨਮਾਜ਼ ਪੜ੍ਹਦੇ ਹੈ, ਨਮਾਜ਼ ਪੜ੍ਹਨ ਤੋਂ ਪਹਿਲਾਂ ਉਹ ਧਰਤੀ ਤੇ ਇੱਕ ਕੱਪੜਾ ਵਿਛਾਉਂਦੇ ਆ ਜਿਹਨੂੰ ਮਹਾਰਾਜ ਮੁਸੱਲਾ ਕਹਿੰਦੇ ਆ। ਕੱਪੜਾ ਵਿਛਾਉਂਦੇ ਆ, ਉਹਦੇ ਉੱਪਰ ਉਹ ਨਮਾਜ਼ ਪੜ੍ਹਦੇ ਆ, ਉਹਨੂੰ ਮੁਸੱਲਾ। ਤੇ ਮਹਾਰਾਜ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ ਕਿ ਉਹਨੇ ਮੁਸੱਲਾ ਜਿਹੜਾ ਆਪਣੇ ਰੱਖਿਆ ਹੋਇਆ ਮੋਢੇ ਤੇ, ਉੱਥੇ ਅਸੀਂ ਸੱਸੇ ਉੱਪਰ ਅੱਧਕ ਲਾ ਕੇ ਬੋਲਾਂਗੇ। ਫਿਰ ਜੇ ਮੁਸੱਲਾ ਕਹਿ ਦਿਆਂਗੇ ਤੇ ਉਹਦੇ ਅਰਥ ਹੋਰ ਪਾਸੇ ਚੱਲ ਜਾਣਗੇ। ਸੋ ਇੱਥੇ ਮਹਾਰਾਜ, ਮੇਰੀ ਵੈਸੇ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿੱਦਾਂ ਬਾਣੀ ਤਕਰੀਬਨ ਲਿਖੀ ਗਈ ਨਾ ਉਹਨੂੰ ਉਸੇ ਤਰ੍ਹਾਂ ਉਚਾਰਿਆ ਜਾਵੇ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਕਮ ਵਿਚਾਰ। ਵਿਚਾਰ ਵਾਵੇ ਤੇ ਜ਼ੋਰ ਲਾ ਕੇ ਬੋਲਣਾ, ਕਿਉਂਕਿ ਵਾਵੇ ਨੂੰ ਬਿਹਾਰੀ ਲੱਗੀ ਹੈ ਨਾ ਕਿ ਸਿਆਹੀ ਲੱਗੀ ਹੈ। ਸਿਹਾਰੀ ਬਾਰੀ ਵਿਚਾਰ ਵੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਅੱਖਰ ਸੇਮ ਹੈ, ਅਰਥ ਸੇਮ ਹੈ, ਲੇਕਿਨ ਉਹਨਾਂ ਦੀ ਜਿਹੜੀ ਪ੍ਰੋਨਾਊਂਸੀਏਸ਼ਨ ਹੈ, ਉਚਾਰਨ ਹੈ, ਉਹ ਸਾਨੂੰ ਵੱਖ-ਵੱਖ ਕਰਨਾ ਪਵੇਗਾ। ਗਾਵੇ ਕੋ ਵਿਦਿਆ ਵਿਕਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀਅ ਲੈ ਫਿਰ ਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇ ਦਾ ਦੇ ਲੈਣ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ। ਨਾਨਕ ਬਾਹਰ ਆ ਗਿਆ ਨਾ ਹੁਣੇ। ਪਿੱਛੇ ਆਪਾਂ ਗੱਲ ਕੀਤੀ ਜਦੋਂ ਨਾਨਕ ਵਿੱਚ ਆਊਗਾ ਤੇ ਉਦੋਂ ਆਪਾਂ ਨੂੰ ਨਾਲ ਹੀ ਬੋਲ ਦੇਣਾ। ਇੱਥੇ ਦੇਣਾ ਵਿਸ਼ਰਾਮ, ਨਾਨਕ ਰੁਕਣਾ। ਇੱਥੇ 1 ਸਕਿੰਟ ਵਾਸਤੇ ਨਾਨਕ ਤੋਂ ਬਾਅਦ ਰੁਕਣਾ ਆਪਾਂ। ਨਾਨਕ ਵਿਗਸੈ ਵੇ ਪਰਵਾਹ। ਇਹਦੇ ਅਰਥ ਕਰੀਏ ਜੀ। ਪਹਿਲੀ ਗੱਲ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਦੇ ਹਾਂ ਕਿ ਰੱਬਾ ਤੇਰੇ ਕੋਈ ਗੁਣਾਂ ਨੂੰ ਗਾ ਹੀ ਨਹੀਂ ਸਕਦਾ। ਠੀਕ ਹੈ ਜੀ। ਤੇਰੇ ਕਵਨ ਕਵਨ ਗੁਣ ਕਹਿ ਤੂੰ ਸਾਹਿਬ ਗੁਣੀ ਨਹੀਂ ਤੇਰੇ ਗੁਣਾਂ ਨੂੰ ਗਾ ਸਕਦੇ। ਹੁਣ ਮਹਾਰਾਜ ਕਹਿੰਦੇ ਕੌਣ ਗਾ ਸਕਦੇ ਹੈ? ਕੁਛ ਹੈਗੇ ਆ ਮਹਾਰਾਜ ਨੇ ਰੱਖੇ ਹੈ ਜਿਹੜੇ ਗਾ ਸਕਦੇ। ਉਹ ਕੌਣ ਹੈ? ਜਿਨ੍ਹਾਂ ਤੇ ਮਹਾਰਾਜ ਕਹਿੰਦੇ ਹੈ ਕਿ ਉਹਨਾਂ ਤੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ, ਉਹੀ ਗਾ ਸਕਦੇ। ਬੜੇ ਧਿਆਨ ਨਾਲ ਸੁਣਿਓ। ਜਿਨ੍ਹਾਂ ਨੂੰ ਪਰਮਾਤਮਾ ਸਮਰੱਥ ਕਰਦਾ ਹੈ। ਗਾਵੇ ਕੋ ਤਾਣ, ਤਾਣ ਮੈਨੇ ਤੇਰੀ ਤਾਕਤ, ਤੇਰਾ ਬਲ, ਤੇਰੀ ਸ਼ਕਤੀ, ਤੇਰੇ ਗੁਣ ਕੌਣ ਗਾ ਸਕਦੇ ਹੈ? ਹੋਵੇ ਕਿਸੇ ਤਾਣ ਜਿਹਦੇ ਦੇ ਅੰਦਰ ਤੂੰ ਆਪਣੀ ਬਲ, ਆਪਣੀ ਤਾਕਤ, ਆਪਣੀ ਬਖਸ਼ਿਸ਼ ਰੱਖਦਾ, ਉਹੀ ਤੇਰੇ ਗੁਣਾਂ ਨੂੰ ਗਾ ਸਕਦੇ। ਸਮਝ ਗਏ ਜੀ? ਆਮ ਬੰਦਾ, ਮੈਂ ਫਿਰ ਉਹੀ ਬੇਨਤੀ ਕਰਦਿਆਂ ਕਿ ਕਈ ਤੇ ਵਿਚਾਰੇ ਗੁਰਦੁਆਰੇ ਦੇ ਸਾਹਮਣੇ ਤਾਂ ਕਿ ਪਿੱਛੋਂ ਦੀ ਨਹੀਂ ਲੰਘਦੇ।
ਉਹਨਾਂ ਦਾ ਵੈਸੇ ਨਾ ਮੈਂ ਬੇਨਤੀ ਕਰਾਂ, ਉਹਨਾਂ ਦਾ ਕਸੂਰ ਨਹੀਂ ਹੈ। ਮੇਰੇ ਉਸਤਾਦ ਜੀ ਕਿਆ ਕਰਦੇ ਸੀਗੇ, ਕਹਿੰਦੇ ਉਹਨਾਂ ਨੂੰ ਵਿਚਾਰੇ ਮੰਨਿਆ ਕਰੋ, ਉਹਨਾਂ ਨੂੰ ਮੰਨਿਆ ਕਰੋ ਵੀ ਉਹਨਾਂ ਤੇ ਹਲੇ ਗੁਰੂ ਨਾਨਕ ਦਾ ਹੱਥ ਨਹੀਂ ਆਇਆ, ਗੁਰੂ ਨਾਨਕ ਦੀ ਬਖਸ਼ਿਸ਼ ਉਹਨਾਂ ਤੇ ਸਿਰ ਤੇ ਨਹੀਂ ਹੈ, ਉਹ ਤਾਂ ਨਹੀਂ ਆ ਸਕੇ। ਉਹਨਾਂ ਦਾ ਗੁੱਸਾ ਨਾ ਕਰੋ, ਉਹਨਾਂ ਨਾਲ ਰੋਸ ਨਾ ਕਰੋ, ਉਹਨਾਂ ਨੂੰ ਇਹ ਮੰਨੋ ਇਹ ਵਿਚਾਰੇ ਹਨ। ਜਿਹੜੇ ਗੁਰਦੁਆਰੇ ਨਹੀਂ ਆਏ ਕੋਈ ਗੱਲ ਨਹੀਂ, ਉਹ ਵਿਚਾਰੇ ਹਨ, ਉਹਨਾਂ ਤੇ ਹਲੇ ਬਖਸ਼ਿਸ਼ ਨਹੀਂ ਹੈ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਤੇਰੇ ਤਾਨ ਨੂੰ, ਤਾਨ ਦਾ ਅਖਰੀ ਅਰਥ ਹੈ ਬਲ, ਤੇਰੇ ਬਲ ਨੂੰ ਉਹੀ ਗਾ ਸਕਦਾ ਹੈ ਜਿਹਦੇ ਅੰਦਰ ਤੂੰ ਆਪਣਾ ਬਲ ਰੱਖਿਆ ਹੈ। ਤੇਰੀ ਸਮਰੱਥਾ ਨੂੰ ਉਹੀ ਗਾ ਸਕਦਾ ਹੈ ਜਿਹਦੇ ਅੰਦਰ ਤੂੰ ਥੋੜੀ ਬਹੁਤੀ ਆਪਣੀ ਸਮਰੱਥਾ ਰੱਖੀ ਹੋਈ ਹੈ। ਮਹਾਰਾਜ ਕਹਿੰਦੇ ਗਾਵੇ ਕੋ ਤਾਨ ਹੋਵੇ ਕਿਸੇ, ਤਾਨ ਹੋਵੇ ਕਿਸੇ, ਜੇਕਰ ਤੇਰਾ ਸਮਰੱਥਾ ਕਿਸੇ ਦੇ ਅੰਦਰ ਹੈ ਉਹੀ ਤੇਰੀ ਸਮਰੱਥਾ ਨੂੰ ਗਾ ਸਕਦਾ ਹੈ। ਸਮਝ ਗਏ ਜੀ। ਅੱਗੇ ਗਾਵੇ ਕੋ ਦਾਤ ਜਾਣੇ ਨਿਸ਼ਾਨ, ਕੁਛ ਐਸੇ ਹਨ ਤੇਰੀਆਂ ਦਾਤਾਂ ਨੂੰ ਹੀ ਤੇਰੀਆਂ ਨਿਸ਼ਾਨੀਆਂ ਸਮਝ ਕੇ ਗਾ ਰਹੇ ਹਨ, ਤੇਰੀਆਂ ਦਾਤਾਂ ਦੇ ਵਿੱਚੋਂ ਹੀ ਤੇਰਾ ਰੂਪ ਦੇਖ ਕੇ ਉਹ ਤੈਨੂੰ ਗਾ ਰਹੇ ਹਨ। ਤੇ ਕੁਛ ਮਹਾਰਾਜ ਜੀ ਐਸੇ ਵੀ ਹਨ ਤੇਰੀਆਂ ਦਾਤਾਂ ਨੂੰ ਉਹਨਾਂ ਦੇ ਕਬਜ਼ਾ ਵੀ ਕਰ ਲਿਆ ਤੇ ਤੈਨੂੰ ਭੁੱਲ ਗਏ ਤੇ ਹੋਰ ਪਾਸੇ ਵੀ ਲੱਗ ਗਏ, ਕੁਛ ਐਸੇ ਵੀ ਹਨ। ਠੀਕ ਹੈ ਨਾ ਜੀ। ਇਦਾਂ ਦੇ ਵੀ ਹਨ, ਦੇਨ ਹਾਰ ਪ੍ਰਭ ਛੋੜ ਕੇ ਉਹਨੂੰ ਤੇ ਛੱਡਤਾ ਜਿ ਦਿੱਤਾ, ਲਾਗੇ ਆਣ ਸਵਾਏ, ਹੋਰ ਪਾਸੇ ਨੂੰ ਤੁਰ ਪਏ ਆ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਕੁਛ ਐਸੇ ਹਨ ਜਿਹੜੇ ਤੇਰੀਆਂ ਦਾਤਾਂ ਨੂੰ ਤੇਰੀਆਂ ਨਿਸ਼ਾਨੀਆਂ ਸਮਝ ਕੇ ਹੀ ਗਾ ਰਹੇ ਹਨ। ਗਾਵੇ ਕੋ ਗੁਣ ਵਡਿਆਈਆਂ, ਚਾਰ ਦਾ ਅਖਰੀ ਅਰਥ ਇੱਥੇ ਕੀ ਕਰਾਂਗੇ ਜੀ, ਇੱਥੇ ਚਾਰ ਦਾ ਅਖਰੀ ਅਰਥ ਸੁੰਦਰ ਨਹੀਂ ਹੈ, ਮਾਫ ਕਰਨਾ ਗਿਣਤੀ ਨਹੀਂ ਹੈ, ਇੱਥੇ ਚਾਰ ਦਾ ਅਖਰੀ ਅਰਥ ਹੈ ਸੁੰਦਰ। ਤੇਰੀਆਂ ਸੁੰਦਰ ਵਡਿਆਈਆਂ ਨੂੰ ਦੇਖ ਕੇ ਉਹ ਤੇਰੀਆਂ ਵਡਿਆਈਆਂ, ਤੇਰੇ ਸੁੰਦਰ ਸਰੂਪ ਨੂੰ ਦੇਖ ਕੇ ਤੇਰੇ ਗੁਣ ਜਿਹੜੇ ਆ ਉਹ ਗਾ ਰਹੇ ਹਨ, ਤੇਰੀਆਂ ਵਡਿਆਈਆਂ ਉਹ ਕਰ ਰਹੇ ਹਨ। ਹੁਣ ਸੁੰਦਰ ਸਰੂਪ ਕਹੋਗੇ ਜੀ ਕਿੱਥੋਂ ਦੇਖੀਏ, ਆਹ ਜਿਹੜੀ ਉਹਦੀ ਸ੍ਰਿਸ਼ਟੀ ਬਣੀ ਹੋਈ ਨਾ ਸਾਧ ਸੰਗਤ ਜੀ, ਇਸ ਸ੍ਰਿਸ਼ਟੀ ਦੇ ਵਿੱਚ ਐਸੇ ਵੀ ਹਨ ਜਿਹੜੀਆਂ ਬੜੀਆਂ ਬੜੀਆਂ ਰਤੀਆਂ ਰੂਹਾਂ ਹਨ, ਜਿਹੜੇ ਨਾਮ ਜਪਦੀਆਂ ਹਨ, ਇਹ ਹਨ ਸੁੰਦਰ। ਤੇ ਦੂਸਰੀ ਗੱਲ ਹੋਰ, ਸੁੰਦਰ ਦੇ ਅਰਥ ਕਰਦਿਆਂ ਸੇਈ ਸੁੰਦਰ ਸੋਹਣੇ, ਸੁੰਦਰ ਕੌਣ ਹੈ, ਸਾਧ ਸੰਗ ਜਿਨ ਬਹਿਨੇ। ਇੱਥੇ ਰੰਗ ਦੀ ਗੱਲ ਨਹੀਂ ਹੈ ਵੀ ਕਿਸੇ ਦਾ ਕਾਲਾ ਰੰਗ ਹੈ, ਕਿਸੇ ਦਾ ਗੋਰਾ ਰੰਗ ਹੈ, ਕਿਸੇ ਦਾ ਨੀਲਾ ਰੰਗ ਹੈ। ਮਹਾਰਾਜ ਕਹਿੰਦੇ ਰੰਗ ਲੈ ਜਾ ਪਾਸੇ, ਮੈਨੂੰ ਤੇਰੇ ਰੰਗ ਨਾਲ ਲੋੜ ਨਹੀਂ, ਮੈਨੂੰ ਤਾਂ ਤੇਰੇ ਮਨ ਦੀ ਲੋੜ ਹੈ ਕਿ ਤੇਰਾ ਮਨ ਕੀ ਕਰ ਰਿਹਾ। ਮਹਾਰਾਜ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਨੇ, ਜਿਹੜੇ ਸਾਧ ਸੰਗਤ ਵਿੱਚ ਆ ਕੇ ਬੈਠਦੇ ਹਨ, ਇੱਕ ਨਾਮ ਦੀ ਵਿਚਾਰ ਕਰਦੇ ਹਨ, ਉਹੀ ਕਹਿੰਦੇ ਸੁੰਦਰ ਹਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਉਹ ਤੇਰੀਆਂ ਸੁੰਦਰ ਵਡਿਆਈਆਂ ਦੇ ਗੁਣ ਜਿਹੜੇ ਆ ਉਹ ਗਾ ਰਹੇ ਹਨ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੈ ਉਹ ਤੇਰੀ ਕੁਛ ਐਸੀਆਂ ਗੁੱਝੀਆਂ ਰਮਜਾਂ ਹਨ, ਉਹ ਉਹਨਾਂ ਨੂੰ ਗਾ ਰਹੇ ਹਨ। ਤੇਰੀਆਂ ਐਸੀਆਂ ਕੁਛ ਗੁੱਝੀਆਂ ਰਮਜਾਂ ਹਨ, ਉਹਨਾਂ ਨੂੰ ਉਹ ਗਾ ਰਹੇ ਹਨ। ਮਹਾਰਾਜ ਫਰਮਾਉਂਦੇ ਗਾਵੇ ਕੋ ਸਾਜ ਕਰੇ, ਕੁਛ ਗਾ ਰਹੇ ਹਨ ਕਿ ਪਰਮਾਤਮਾ ਤੂੰ ਸਾਰੀ ਸ੍ਰਿਸ਼ਟੀ ਸਾਜ ਰਿਹਾ ਹੈ। ਕੁਛ ਕਹਿ ਰਹੇ ਹਨ ਤਨ ਖੇ, ਕਹਿੰਦੇ ਤੂੰ ਬੜਾ ਬੇਅੰਤ ਹੈ, ਤੂੰ ਸਾਜ ਕੇ ਉਹਨਾਂ ਨੂੰ ਮਿੱਟੀ ਵਿੱਚ ਮਿਲਾਉਣ ਵਾਲਾ ਵੀ ਆਪ ਹੀ ਹੈ। ਖੇ ਮੈਨੇ ਮਿੱਟੀ, ਗਾਵੇ ਕੋ ਸਾਜ ਕਰੇ ਤਨ ਖੇ, ਕੁਛ ਤੇਰੇ ਜੋ ਸ੍ਰਿਸ਼ਟੀ ਸਾਜੀ ਹੈ ਉਹ ਦੇਖ ਕੇ ਗਾ ਰਹੇ ਹਨ। ਕੁਛ ਇਹ ਕਹਿ ਰਹੇ ਹਨ ਕਿ ਤੂੰ ਇਹ ਸਾਜ ਕੇ ਤੇ ਇਹਨੂੰ ਮਿੱਟੀ ਵਿੱਚ ਮਾਰੇ ਰੱਖੇ ਇੱਕੋ ਆਪ, ਮਾਰੇ ਰੱਖੇ ਇੱਕੋ ਆਪ। ਮਹਾਰਾਜ ਕਹਿੰਦੇ ਗਾਵੇ ਕੋ ਜੀ ਲੈ, ਤੂੰ ਜਿੰਦਾਂ ਲੈ ਰਿਹਾ ਹੈ ਲੋਕਾਂ ਦੀਆਂ, ਫਿਰ ਦੇ ਤੇ ਫਿਰ ਤੂੰ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਮਹਾਰਾਜ ਕਹਿੰਦੇ ਦੇ ਰਿਹਾ ਹੈ, ਉਹਨਾਂ ਜਿੰਦਾਂ ਨੂੰ ਦੇ ਰਿਹਾ। ਦੇਖੋ ਮਹਾਰਾਜ ਦੀ ਸਿਫਤ ਕਿੰਨੀ ਹੋ ਰਹੀ ਹੈ। ਗਾਵੇ ਕੋ ਜਾਪੈ ਦਿਸੇ ਦੂਰ, ਕੁਛ ਇਹ ਕਹਿ ਰਹੇ ਹਨ ਕਿ ਪਰਮਾਤਮਾ ਤੂੰ ਸਾਡੇ ਤੋਂ ਬੜਾ ਦੂਰ ਹੈ। ਤੇ ਅੱਗੇ ਮਹਾਰਾਜ ਕਹਿੰਦੇ ਗਾਵੇ ਕੋ ਵੇਖੇ ਹਾਦਰਾ ਹਦੂਰ,
कुछ कह रहे हैं तू ते बड़ा नजदीक है, कुछ कह देखो एक समझ रहा कि परमात्मा दूर है, एक समझिया परमात्मा लागे है। तो मैं एक प्रमाण दिया, तुसी श्लोक पढ़ते हो, कर्मी आपो के नेड़े के, बस साध संगत जी कर्मां दी खेड़ है, तुहाडी मेहनत की खेड़ है। तुसी किन्नी क मेहनत करके उन्होंने लागे करते हो, ते तुसी किन्नी क मेहनत दे नहीं करते तो वो तुहाडे तो दूर जाता है। गावे को जापे दिसे दूर, गावे को वेखै हादरा हदूर। महाराज कहते फिर आखिर पता महाराज के कहते कथना कथी ना आवे टोट, तेरियां ये जड़ियां सिफतां ना ये कहते कोई भी कहते नहीं हो कहते लिख सकता, कहते कथना कथी ना आवे, कथ कथ कथी कोटि कोट कोट हजारा आए। वो तेरियां सिफतां लिख के चले गए, वो तेरियां सिफतां करके चले गए, परंतु कहते तेरियां सिफतां दा किसी ने भी कहते अंत नहीं पाया। कोट कोट मैंने करोड़ा करोड़ा आए ते वो आके कहते चले गए। फिर महाराज अगे कहते देंदा दे लैंदे थक पाहे, जुगा जुगंतर तू दाता दातार तेरा दिता, दद्दा दाता एक है सबको देवनहार। देंदे टोट न आवी आगनत भरे, आगनत ऐड़ा गणत मैंने गिनती, ओदी गिनती नहीं है ओदे भंडारां दी। महाराज फरमाउंदे देंदा दे लैंदे थक पाहे, जुगा जुगंतर खाही खाहे खाहे। फिर महाराज कहते हुक्मी हुक्म चलाए राह, हुक्मी आ गया रब, हुक्म आ गया ओदा विधान। इत्थे अर्थ जी आपां शुरुआत की सी, एक हुक्म है तो एक हुक्मी है। हुक्मी मान लीए परमात्मा ते ओदे वल्लों कीता होया विधान बनाया होया वो ओदा हुक्म है। महाराज कहते हुक्मी हुक्म, उस हुक्मी दे हुक्म दे विच ही सारी सृष्टि जिहड़ी है चल रही है। हुक्मी हुक्म चलाए राह, नानक विकसै वे परवाह। वो परमात्मा खुश हो रहा है ते नाल की है वे परवाह है। वो उन्हों किसी भी किस्म की कोई चिंता नहीं है। असीं कहने बंदा बड़ा बेपरवाह जी हैगा, इनू पता नहीं गा। बेपरवाह मैंने जेड़ा इस दुनिया तो वखरा ही है जी, उन्होंने किस कोई उन्होंने चिंता नहीं, कोई उन्होंने झोरा नहीं हैगा। महाराज फरमाउंदे हुक्मी हुक्म चलाए राह, नानक विकसै वे परवाह। वो परिपूर्ण परमात्मा। 3 पौड़ियां की विचार हो चुकी है। कल नूं चौथी पौड़ी साचा साहिब साच नाए भाख्या भौ अपार। कल नूं आपां चौथी ते हो सकता आपां अगली पौड़ी भी लै लीए। अज शाम के दीवान हो गए ना फाइनल। बेनती है कि अज आपां उस बाबे दियां सिफतां पाउणियां जिन्हों कहा जाता खंडे वाला बाबा, जिन्हों कहा जाता जिस उम्र दे विच जोश नहीं हुंदा, होश हुंदी है, लेकिन उस बाबे ने उस उम्र दे विच भी उहदे विच जोश सीगा ते नाल होश भी सीगी। आम तौर ते जवानी दे विच जोश हुंदा ते होश नहीं हुंदी। आम तौर ते बुढ़ापे दे विच होश हुंदा ते जोश नहीं हुंदी। मनदे ने गल? हुण बुढ़े बंदे नूं तुसीं कहो 70 साल दे नूं भी तू चल छाल मार, नहीं कहूगा मेरे जोश नहीं हैगा। जवान नूं कहो मार देगा। उस बाबे दियां बातां पाउणियां जिस बाबे ने बिना सिर तो सेवा की है, बिना सिर तो सेवा की है। सो साध संगत जी बेनती हैगी, जो भी आप जी नूं हुणे समा दसणगे उस समय दे आपां ना टाइम सिर पहुँच जाइए। एक मैं ना तुहानूं बेनती करना चाहुंदा, दास ना पठानकोट जा